ਮੈਨੂੰ ਅੱਛਾ ਉਸ ਬਾਰੇ ਦੱਸੋ, ਉਸ ਐਕਟਿੰਗ ਬਾਰੇ ਦੱਸੋ ਜਿਵੇਂ ਤੁਹਾਨੂੰ ਉਹਦੇ ਵਿੱਚ ਕਵਰ ਕੀਤਾ ਹੋਇਆ ਸੀਗਾ ਪੂਰਾ। वो पानी यहाँ तक भर गया था और हाँ। यहाँ तक पूरा मैं लेटी हुई थी 5 घंटे तक और मुझे ना वो हाँ। थोड़ी सी वो हो गई थी। फिर क्या हो सब गया ये- था? फीवर हो गया था? ਮੈਨੂੰ ਲੱਗਦਾ ਟ੍ਰੇਲਰ ਟੂ ਬੈਕ ਜਿਹੜੀ ਵਧੀਆ ਚੀਜ਼ ਆਈ ਉਹ ਨਸੀਬਾ ਆਈ ਹੈ ਹਾਂਜੀ, ਹਾਂ। ਕਿ ਔਰ ਮੈਂ ਹੁਣ ਬਿਹਾਈਂਡ ਦਾ ਕੈਮਰਾ ਗੱਲ ਕਰ ਰਹੀ ਸੀਗੀ ਕਿ ਇਸ Song ਨੂੰ ਸ਼ੂਟ ਕਰਨ ਦੇ ਵਿੱਚ ਮੇਬੀ 2 ਦਿਨ ਲੱਗ ਚੁੱਕੇ ਨੇ ਹਨਾ। ਸੋ ਇਸ ਗੀਤ ਤੋਂ ਸਟਾਰਟ ਕਰਾਂਗੇ ਕਿ ਮਤਲਬ ਕਿਵੇਂ ਦਾ ਟਾਈਮ ਰਿਹਾ, ਕਿਉਂਕਿ ਜਸਲੀਨ ਦੀ ਵੀ ਐਕਟਿੰਗ ਬੇहद ਜ਼ਿਆਦਾ ਮੈਟਰ ਕਰਦੀ ਹੈ ਉਸ ਚੀਜ਼ ਦੇ ਵਿੱਚ। ਇੱਕੋ ਮੰਜ਼ਿਲ ਦੇ ਮੁਸਾਫਿਰ ਸਾਰਾ ਪਾਣੀ ਪਈ ਜਾ ਰਿਹਾ ਸੀਗਾ, ਵਿਚਾਰੀ ਲੇਟੀ ਹੋਈ ਸੀਗੀ, ਇੰਨਾ ਪਾਣੀ ਇਕੱਠਾ ਹੋ ਗਿਆ ਸੀਗਾ ਜਿੱਥੇ ਇਹ ਲੇਟ ਰਹੀ ਸੀ। ਤੇ ਉਸ ਤੋਂ ਬਾਅਦ ਜਦੋਂ ਇਹਨੂੰ ਚੁੱਕਿਆ, ਗੋਦੀ ਚੁੱਕਿਆ, ਸਾਰਾ ਪਿੰਡਾ ਕੰਬ ਰਿਹਾ ਸੀਗਾ। ਸਕਾਇਆ ਇਹਨੂੰ ਹੈ ਨਾ ਨਿੱਕੀ ਜੀ ਨੂੰ, ਤੇ ਸਾਨੂੰ ਇਹ ਡਰ ਲੱਗਿਆ, ਮੈਂ ਕਿਹਾ ਬਿਮਾਰ ਨਾ ਹੋ ਜਾਏ ਵਿਚਾਰੀ ਯਾਰ, ਸਾਡੇ ਉਹਦੇ ਕਰਕੇ ਕਨਸੈਪਟ ਕਰਕੇ ਯਾਰ। ਮਤਲਬ ਇੰਨੇ ਜ਼ਿਆਦਾ ਫੀਵਰ ਹੋਣ ਦੇ ਬਾਵਜੂਦ ਉਹ ਬਾਰਿਸ਼ ਦਾ ਮਤਲਬ ਪੂਰਾ ਇਨਵਾਇਰਨਮੈਂਟ ਕ੍ਰੀਏਟ ਕਰਨਾ ਹੈ ਨਾ, ਤੇ ਉਹਦੇ ਵਿੱਚ ਤੁਸੀਂ ਮੇਰੇ ਸਟਿਲ ਬੈਠੇ ਹੋਏ ਹੋ ਹੈ ਨਾ। और आई थिंक उस वक्त बीमार पड़ना कहीं ना कहीं वर्क किया, क्योंकि वो सीन भी वैसा ही था जहाँ बॉडी टूटी हुई होनी ही थी नेचुरली बिकॉज ऑफ द सिचुएशन, तो इट वर्क रियली वेल। और मैं और अमी जब वो सीक्वेंस कर रही थी तो आर्टिफिशियल रेन चली रही थी, वहाँ पानी भी भरा हुआ था, वी वर स्लिपिंग एंड फॉलिंग ऑल्सो, प्लस इनको भी इतने सारे लोग खींच रहे थे, मुझे भी। Attention all units, suspect heading west on an off-white SUV. ਸੋ ਜਸਲੀਨ, ਤੁਸੀਂ ਕੁਝ ਦਰਸ਼ਕਾਂ ਨੂੰ ਬੋਲਣਾ ਚਾਹੋਗੇ, ਵਿਊਅਰਸ ਨੂੰ ਬੋਲਣਾ ਚਾਹੋਗੇ ਆਪਣੀ ਫਿਲਮ ਬਾਰੇ? मेरी फिल्म जरूर देखने आना 18 अगस्त को आ रही है। ਓ ਹਾਂ, ਇਹ ਚੀਜ਼ ਮੈਂ ਭੁੱਲ ਗਈ ਸੀ। प्रॉमिस। ਪਿੰਕੀ ਪ੍ਰੋਮਿਸ। ਸੋ ਥੈਂਕ ਯੂ ਸੋ ਮਚ ਫॉर ਦਿਸ ਬਿਊਟੀਫੁਲ ਇੰਟਰਵਿਊ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ। ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਦਰਸ਼ਕੋ, ਕਹਿੰਦੇ ਨੇ ਕਿ ਜ਼ਿੰਦਗੀ ਆਸਾਨ ਨਹੀਂ ਹੁੰਦੀ, ਆਸਾਨ ਬਣਾਉਣੀ ਪੈਂਦੀ ਹੈ। ਸਬਰ ਕਰਨਾ ਪੈਂਦਾ ਹੈ, ਬਰਦਾਸ਼ਤ ਕਰਨਾ ਪੈਂਦਾ ਤੇ ਬਹੁਤ ਕੁਝ ਨਜ਼ਰਅੰਦਾਜ਼ ਕਰਨਾ ਪੈਂਦਾ ਹੈ। ਔਰ ਸ਼ਾਇਦ ਇਹਨਾਂ ਹੀ ਸਤਰਾਂ ਤੇ ਬਿਲਕੁਲ ਖਰੇ ਉਤਰੇ ਨੇ ਅਮੀਕ ਵਰਗ, ਜਿਨ੍ਹਾਂ ਨੂੰ ਅਕਸਰ ਤੁਸੀਂ ਬਿਹਾਈਂਡ ਦਾ ਸੀਨਸ, ਬਿਹਾਈਂਡ ਦਾ ਕੈਮਰਾ ਵੇਖਿਆ, ਪਰ ਇਸ ਵਾਰ ਉਹ ਕੁਝ ਅਜਿਹਾ ਲੈ ਕੇ ਆਏ ਨੇ ਜਿਸਨੇ ਸੱਚੀ ਸਾਬਿਤ ਕਰ ਦਿੱਤਾ ਹੈ ਕਿ ਹਾਂ, ਹੁਣ ਉਹ ਵਕਤ ਆ ਗਿਆ, ਉਹ ਸਮਾਂ ਆ ਚੁੱਕਾ ਹੈ ਕਿ ਸੱਚੀ ਪੰਜਾਬੀ ਇੰਡਸਟਰੀ ਦਾ ਮਿਆਰ ਹੁਣ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਤਾਂ ਇੱਕ ਟਾਈਮ ਆ ਚੁੱਕਾ ਹੈ ਕਿਉਂਕਿ ਪੰਜਾਬੀ ਸਿਨੇਮਾ ਬਹੁਤ ਲਗਾਤਾਰ ਸੁਪਰ ਡੂਪਰ ਹਿੱਟ ਫਿਲਮਾਂ ਪੰਜਾਬ ਦੇ ਦਰਸ਼ਕਾਂ ਨੂੰ ਦੇ ਰਹੀ ਹੈ। ਔਰ ਇੱਕ ਹੋਰ ਫਿਲਮ ਆ ਰਹੀ ਹੈ ਜੂਨੀਅਰ, ਜਿਸ ਦੇ ਮਹਿਜ਼ 2 ਜਾਂ 2.5 ਮਿੰਟ ਦੇ ਟ੍ਰੇਲਰ ਨੇ ਸਾਬਿਤ ਕਰ ਦਿੱਤਾ ਹੈ ਕਿ ਹਾਂ, ਹੁਣ ਵਕਤ ਆ ਗਿਆ ਹੈ ਕਿ ਪੰਜਾਬੀ ਸਿਨੇਮਾ ਸੱਚੀ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਹੈ। ਸੋ ਜ਼ਿਆਦਾ ਵਕਤ ਨਾ ਲੈਂਦੇ ਹੋਏ ਸਵਾਗਤ ਕਰਨਾ ਚਾਹਾਂਗੀ ਫਿਲਮ ਦੀ ਸਟਾਰ ਕਾਸਟ, ਜੂਨੀਅਰ ਫਿਲਮ ਦੀ ਸਟਾਰ ਕਾਸਟ ਦੇ ਵਿੱਚੋਂ ਅਮੀਕ ਵਰਗ, ਸ੍ਰਿਸ਼ਟੀ ਜੈਨ ਤੇ ਬਹੁਤ ਹੀ ਕਿਊਟੈਸਟ ਬੱਚੀ ਜਸਲੀਨ ਕੌਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ? ਠੀਕ ਹੋ? ਬਿਲਕੁਲ ਠੀਕ ਹੋ? ਅੱਛਾ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਠੀਕ ਹੋ? ਬਹੁਤ ਅੱਛਾ ਜੀ, ਤੁਸੀਂ ਸੁਣਾਓ? ਬਸ ਬਹੁਤ ਵਧੀਆ। ਅੱਛਾ, ਸਟਾਰਟ ਕਰਾਂਗੇ ਤੁਹਾਡੇ ਜੋ ਹਾਲ ਹੀ ਦੇ ਵਿੱਚ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਨਸੀਬਾ ਦਾ। ਹਾਂਜੀ ਮੈਮ, ਬਿਲਕੁਲ ਬਹੁਤ ਜ਼ਿਆਦਾ ਸੁਪਰ ਡੂਪਰ ਹੋਈ ਹਿੱਟ ਹੈ। ਔਰ ਮੈਨੂੰ ਲੱਗਦਾ ਟ੍ਰੇਲਰ ਟੂ ਬੈਕ ਜਿਹੜੀ ਵਧੀਆ ਚੀਜ਼ ਆਈ ਉਹ ਨਸੀਬਾ ਆਈ ਹੈ। ਹਾਂਜੀ, ਹਾਂ। ਕਿ ਔਰ ਮੈਂ ਹੁਣ ਬਿਹਾਈਂਡ ਦਾ ਕੈਮਰਾ ਗੱਲ ਕਰ ਰਹੀ ਸੀਗੀ ਕਿ ਇਸ Song ਨੂੰ ਸ਼ੂਟ ਕਰਨ ਦੇ ਵਿੱਚ ਮੇਬੀ 2 ਦਿਨ ਲੱਗ ਚੁੱਕੇ ਨੇ ਹਨਾ। ਸੋ ਇਸ ਗੀਤ ਤੋਂ ਸਟਾਰਟ ਕਰਾਂਗੇ ਕਿ ਮਤਲਬ ਕਿਵੇਂ ਦਾ ਟਾਈਮ ਰਿਹਾ, ਕਿਉਂਕਿ ਜਸਲੀਨ ਦੀ ਵੀ ਐਕਟਿੰਗ ਬੇहद ਜ਼ਿਆਦਾ ਮੈਟਰ ਕਰਦੀ ਹੈ ਉਸ ਚੀਜ਼ ਦੇ ਵਿੱਚ। ਜਸਲੀਨ ਦੀ ਐਕਟਿੰਗ ਨੇ ਤੇ ਸੀਨ ਬਹੁਤ ਮਤਲਬ ਇੰਨਾ ਕੁ ਆਥੈਂਟਿਕ ਕਰਤਾ ਸੀਗਾ ਤੇ ਇੰਨਾ ਔਖਾ ਕਰਤਾ ਸੀਗਾ। ਇਮੋਸ਼ਨਸ ਨਿਕਲਦੇ ਨੈਚੁਰਲ ਪਏ ਸੀਗੇ, ਬਟ ਉਹ ਚੀਜ਼ ਨੂੰ ਐਂ ਲੱਗ ਰਿਹਾ ਸੀਗਾ ਬਾਈ ਯਾਰ ਛੇਤੀ ਖਤਮ ਹੋ ਜਾਏ ਪਲੀਜ਼, ਇਹਨੂੰ ਮਤਲਬ ਕੀਤਾ ਨਹੀਂ ਜਾ ਰਿਹਾ, ਵੇਖਿਆ ਨਹੀਂ ਜਾ ਰਿਹਾ ਇਸ ਤਰੀਕੇ ਨਾਲ। ਪਾਣੀ ਪਈ ਜਾ ਰਿਹਾ ਸੀਗਾ, ਵਿਚਾਰੀ ਲੇਟੀ ਹੋਈ ਸੀਗੀ, ਇੰਨਾ ਪਾਣੀ ਇਕੱਠਾ ਹੋ ਗਿਆ ਸੀਗਾ ਜਿੱਥੇ ਇਹ ਲੇਟ ਰਹੀ ਸੀ। ਤੇ ਉਸ ਤੋਂ ਬਾਅਦ ਜਦੋਂ ਇਹਨੂੰ ਚੁੱਕਿਆ, ਗੋਦੀ ਚੁੱਕਿਆ, ਸਾਰਾ ਪਿੰਡਾ ਕੰਬ ਰਿਹਾ ਸੀਗਾ। ਸਕਾਇਆ ਇਹਨੂੰ ਹੈ ਨਾ ਨਿੱਕੀ ਜੀ ਨੂੰ, ਤੇ ਸਾਨੂੰ ਇਹ ਡਰ ਲੱਗਿਆ, ਮੈਂ ਕਿਹਾ ਬਿਮਾਰ ਨਾ ਹੋ ਜਾਏ ਵਿਚਾਰੀ ਯਾਰ, ਸਾਡੇ ਉਹਦੇ ਕਰਕੇ ਕਨਸੈਪਟ ਕਰਕੇ ਜਾਂ ਇੱਕ ਥੋਟ ਕਰਕੇ। ਵਿਚਾਰੀ ਨੇ ਬਾਅਦ ਜਾ ਕੇ ਵੋਮਿਟ ਵੀ ਕੀਤਾ ਤੇ ਸਾਨੂੰ ਬਹੁਤ ਟੈਨਸ਼ਨ ਤੇ ਗਿਲਟ ਹੋ ਗਈ ਸੀ। ਉਸ ਤੋਂ ਪਹਿਲਾਂ ਸਿਸਟਰ ਜੀ ਨੂੰ ਬੁਖਾਰ ਚੜ੍ਹ ਗਿਆ ਸੀਗਾ 102, ਤੇ ਉਹ ਸੀਨ। ਬਟ ਮੈਨੂੰ ਲੱਗਦਾ ਵੀ ਇਹੀ ਕੁਝ ਚੀਜ਼ਾਂ ਸੀ ਜਿਹੜੀਆਂ ਮੌਕੇ 'ਤੇ ਜਦੋਂ ਜਿਹੜੀਆਂ ਔਖਾਈ ਦੇ ਰਹੀਆਂ ਸੀਗੀਆਂ, ਉਹਨਾਂ ਨੇ ਇਹ ਗੀਤ ਨੂੰ, ਇਹਦੀ ਫਿਲਮਾਂਕਣ ਨੂੰ ਬਹੁਤ ਖੂਬਸੂਰਤ ਤੇ ਬਹੁਤ ਅਲੱਗ ਬਣਾ ਕੇ ਰੱਖਤਾ ਜੀ।
ਬਿਲਕੁਲ। ਸੋ ਸ੍ਰਿਸ਼ਟੀ ਤੁਹਾਡੇ ਬਾਰੇ ਗੱਲ ਕਰਾਂਗੇ, ਮਤਲਬ ਇੰਨੇ ਜ਼ਿਆਦਾ ਫੀਵਰ ਹੋਣ ਦੇ ਬਾਵਜੂਦ ਉਹ ਬਾਰਿਸ਼ ਦਾ ਮਤਲਬ ਪੂਰਾ ਇਨਵਾਇਰਨਮੈਂਟ ਕ੍ਰੀਏਟ ਕਰਨਾ ਹੈ ਨਾ, ਤੇ ਉਹਦੇ ਵਿੱਚ ਤੁਸੀਂ ਸਟਿਲ ਬੈਠੇ ਹੋਏ ਹੋ ਹੈ ਨਾ, ਤੇ ਕਿਵੇਂ ਇੱਕ ਦੂਜੇ ਦੀ ਬੌਂਡਿੰਗ ਤੁਹਾਡੀ ਅਮੀਕ ਜੀ ਦੀ ਔਰ ਤੁਹਾਡੀ ਬੌਂਡਿੰਗ ਕਿਵੇਂ ਤੁਸੀਂ ਇੱਕ ਦੂਜੇ ਦੇ ਵੱਲ ਖਿੱਚਦੇ ਨਜ਼ਰ ਆਉਂਦੇ ਪਏ ਹੋ, ਸੋ ਉਸ ਚੀਜ਼ ਬਾਰੇ ਥੋੜਾ ਦੱਸੋ। आई थिंक जब आपको पता होता है कि एक आपके तरफ से एक कमी है, जैसे मेरी हेल्थ 100% नहीं थी, तो आप अपने आप को पुश भी थोड़ा ज़्यादा देते हो और उस चक्कर में और अच्छा परफॉर्म हो जाता है। और आई थिंक उस वक्त बीमार पड़ना कहीं ना कहीं वर्क किया, क्योंकि वो सीन भी वैसा ही था जहाँ बॉडी टूटी हुई होनी थी नेचुरली बिकॉज ऑफ द सिचुएशन, तो इट वर्क रियली वेल। और मैं और अमी जब वो सीक्वेंस कर रही थी तो आर्टिफिशियल रेन चली रही थी, वहाँ पानी भी भरा हुआ था, वी वर स्लिपिंग एंड फॉलिंग ऑल्सो, प्लस इनको भी इतने सारे लोग खींच रहे थे, मुझे भी लग भी रही थी, एंड इनके हाथ में हथकड़ियाँ थी, तो यू नो व्हेन वी हैड टू हग, उनको हाथ ऐसे ऊपर से लाना पड़ता, उस पर भी हम दोनों को काफ़ी बार लगी। बट आई थिंक वही लाइक ही सेड कि जितनी डिफ़िकल्टीज आती है दैट मेक्स इट इवन मोर स्पेशल। तो आई थिंक वो जो शॉट्स भी आए हैं उसके व्हेन वी आर होल्डिंग ईच अदर, वो बिकॉज ऑफ दैट एंटायर सिचुएशन वो शॉट्स भी उतने और ਇਹਨਾਂ निखर ਦਾ के आए। ਚਿਹਰਾ ਵੀ ਜਿਵੇਂ ਬੇਜਾਨ ਜਿਹਾ ਲੱਗਣ ਲੱਗ ਪਿਆ ਸੀ ਨਾ ਜੀ, ਉਹ ਉਸ ਚੀਜ਼ 'ਚ ਵੜਨਾ ਆਰਟਿਸਟ ਲਈ ਬੜਾ ਔਖਾ ਹੁੰਦਾ, ਬਟ ਬਈ ਉਸ ਟਾਈਮ ਤੇ ਇਹਨਾਂ ਨੂੰ ਉਨਾ ਫੀਵਰ ਹੋਣਾ, ਫੀਵਰ ਵੈਸੇ ਹੀ ਸਰੀਰ 'ਚ ਜਾਨ ਕੱਢ ਲੈਂਦਾ, ਤੇ ਉਹ ਟਾਈਮ ਜ਼ਰੂਰ ਔਖਾ ਸੀਗਾ, ਬਟ ਉਹ ਜੋ ਚੀਜ਼ ਨਿਕਲ ਕੇ ਆਈ ਹੈ, ਜੋ ਇਹਨਾਂ ਦਾ ਚਿਹਰਾ ਇਹਨਾਂ ਨੇ ਐਕਟਿੰਗ ਕਰਕੇ ਵੀ ਕਰ ਲੈਣਾ ਸੀਗਾ, ਪਰ ਉਹ ਜਿਹੜਾ ਫੀਵਰ ਕਰਕੇ ਪਲੱਸ ਹੋਇਆ, ਜਿਹੜੀ ਉਹ ਬੇਜਾਨ ਚਿਹਰਾ ਜਿਹੜਾ ਨਜ਼ਰ ਆਇਆ, ਉਹ ਚੀਜ਼ ਉਹ ਗਾਣੇ ਦੀ ਡਿਮਾਂਡ ਸੀਗੀ। ਇਹਨਾਂ ਨੇ ਜਿੱਥੇ ਤੱਕ ਆਪ ਨੈਚੁਰਲੀ ਲੈ ਕੇ ਚੱਲ ਜਾਣਾ ਸੀਗਾ, ਉਹ ਤੋਂ 1-2% ਵੱਧ ਕੇ ਹੀ ਆਪਾਂ ਨੂੰ ਮਿਲ ਗਿਆ ਮਤਲਬ ਉਸ ਚੀਜ਼ ਨੂੰ। ਬਿਲਕੁਲ, ਮਤਲਬ ਤਾਂ ਹੀ ਕਿਹਾ ਜਾ ਰਿਹਾ ਕਿ ਇਸ Song ਦੇ ਵਿੱਚ ਬਿਲਕੁਲ ਨੈਚੁਰਲ ਐਕਟਿੰਗ ਜਿਹੜੀ ਹੈ ਉਹ ਸ੍ਰਿਸ਼ਟੀ ਜੀ ਦੀ ਵੀ ਨਜ਼ਰ ਆ ਰਹੀ ਹੈ ਔਰ ਤੁਹਾਡੀ ਵੀ ਨਜ਼ਰ ਆ ਰਹੀ ਹੈ। ਅੱਛਾ, ਸੋ ਹੁਣ ਪ੍ਰੋਮੋਸ਼ਨਸ ਦਾ ਟਾਈਮ ਕਿਵੇਂ ਚੱਲ ਰਿਹਾ? ਮੈਨੂੰ ਲੱਗਦਾ ਫਸਟ ਟਾਈਮ ਤੁਸੀਂ ਹੈਂਡਲ ਕਰ ਰਹੇ ਹੋ ਪ੍ਰੋਮੋਸ਼ਨਸ ਦਾ ਟਾਈਮ ਇਹ। ਮੈਂ ਹਾਂਜੀ, ਮੈਂ ਨਹੀਂ ਤੇ ਇਹਨਾਂ ਟਾਈਮਾਂ 'ਚ ਮੈਂ ਕਦੀ ਬੰਬੇ ਹੁੰਦਾ ਜੀ, ਕਦੀ ਪਿੱਛੇ ਅਸੀਂ ਥੋੜ੍ਹੇ ਜਿਹੜੇ ਭੱਜ ਨੱਸ ਵਾਲੇ ਕੰਮ ਹੁੰਦੇ ਨੇ, ਲਾਸਟ ਮੂਮੈਂਟ ਜਿਹੜਾ ਪੁਸ਼ ਦੇਣਾ ਹੁੰਦਾ ਤੁਸੀਂ, ਉਹ ਕਰਦੇ ਹੁੰਦੇ ਆ, ਤੇ ਇਹ ਪਹਿਲੀ ਵਾਰ ਹੀ ਹੈ ਵੀ ਮੈਂ ਉਸ ਚੀਜ਼ ਦਾ ਹਿੱਸਾ ਨਾ ਹੋ ਕੇ ਮੈਂ ਇਸ ਚੀਜ਼ ਦਾ ਹਿੱਸਾ, ਤੇ ਬਟ ਇਹ ਆਪਣੇ ਆਪ 'ਚ ਇੰਜੋਇਮੈਂਟ ਹੈ ਜੀ। ਸਾਨੂੰ ਸਾਰਿਆਂ ਨੂੰ ਐਜ਼ ਅ ਟੀਮ ਸਾਨੂੰ ਪਤਾ ਵੀ ਸਾਡੀ ਫਿਲਮ, ਸਾਡਾ ਕੰਟੈਂਟ ਸਟਰੋਂਗ ਹੈ, ਸਟਰੋਂਗ ਕੰਟੈਂਟ 'ਚੋਂ ਹੀ ਤੁਸੀਂ 2 ਮਿੰਟ ਦਾ ਟ੍ਰੇਲਰ ਵੀ ਸਟਰੋਂਗ ਕੱਢ ਸਕਦੇ ਹੋ, ਤੇ ਇਹ ਰੇਅਰ ਹੀ ਹੁੰਦਾ ਵੀ ਤੁਹਾਡੇ ਕੋਲ ਫਿਲਮ ਨਾ ਠੀਕ ਹੋਵੇ ਤੇ ਤੁਹਾਡਾ ਟ੍ਰੇਲਰ ਬਹੁਤ ਸਟਰੋਂਗ ਹੋਵੇ। ਸਾਡਾ ਕੰਟੈਂਟ ਸਾਨੂੰ ਸਾਰਿਆਂ ਵੱਲੋਂ ਬਹੁਤ ਪਾਸ ਹੈ ਜੀ, ਸਾਨੂੰ ਬਹੁਤ ਕਾਹਲ ਮਚੀ ਹੋਈ ਹੈ ਵੀ ਇਹਨੂੰ ਛੇਤੀ ਤੋਂ ਛੇਤੀ ਲੋਕਾਂ ਦੇ ਅੱਗੇ ਕਿਵੇਂ ਰੱਖੀਏ, ਪੇਸ਼ ਕੀਤਾ ਜਾਵੇ। ਅੱਛਾ, ਇੱਕ ਚੀਜ਼ ਦੇਖੀ ਜਾਂਦੀ ਹੈ ਜਦੋਂ ਵੀ ਕੋਈ ਅਸੀਂ ਅਕਸਰ ਵੈਸੇ ਸਾਡੇ ਦਰਸ਼ਕ ਜਿਹੜੇ ਵਿਊਅਰਸ ਆ ਇਸ ਚੀਜ਼ ਦੀ ਡਿਮਾਂਡ ਕਰਦੇ ਨੇ ਕਿ ਪੰਜਾਬ ਦੇ ਵਿੱਚ ਕਿਉਂ ਨਹੀਂ ਸਾਊਥ ਵਰਗੀਆਂ ਫਿਲਮਾਂ ਬਣਦੀਆਂ ਹੈ ਨਾ, ਕਿਉਂਕਿ ਅਸੀਂ ਲਗਭਗ ਡਿਮਾਂਡ ਕਰਦੇ ਹਾਂ ਕਿ ਜਿਹੜਾ ਐਕਸ਼ਨ ਸਾਊਥ ਦੇ ਵਿੱਚ ਦਿਖਾਇਆ ਜਾਂਦਾ ਉਹ ਪੰਜਾਬ ਦੇ ਵਿੱਚ ਵੀ ਦਿਖਾਇਆ ਜਾਵੇ, ਬਟ ਜਦੋਂ ਕਦੇ ਪੰਜਾਬ ਦੀ ਗੱਲ ਆਉਂਦੀ ਹੈ, ਇਹੋ ਜਿਹੇ ਕਨਸੈਪਟ ਦੀ ਗੱਲ ਆਉਂਦੀ ਹੈ, ਕੋਈ ਗਨ ਕਲਚਰ ਦਿਖਾਇਆ ਜਾਵੇ ਜਾਂ ਕੋਈ ਐਕਸ਼ਨ ਦਿਖਾਇਆ ਜਾਵੇ, ਫਿਰ ਅਸੀਂ ਪੰਜਾਬ ਦਾ ਵੈਰ ਵਿਰੋਧ ਕਰਦੇ ਹਾਂ ਕਿ ਨਹੀਂ ਇਹ ਚੀਜ਼ ਨਹੀਂ ਸਾਨੂੰ ਵਧੀਆ ਲੱਗੀ, ਉਹ ਸਾਊਥ ਦੀ ਹੀ ਵਧੀਆ। ਤੇ ਇਸ ਚੀਜ਼ ਪਿੱਛੇ ਦਾ ਕੀ ਕਾਰਨ ਸਮਝਦੇ ਹੋ ਤੁਸੀਂ? ਸਾਡੇ ਗਨ ਕਲਚਰ ਦੀ ਜਿਹੜੀ ਵਿਰੋਧਤਾ ਹੋਈ ਆ, ਉਹਦੇ ਪਿੱਛੇ ਜਿਹੜੇ ਰੀਜ਼ਨਸ ਨੇ ਉਹ ਜਸਟੀਫਾਈਡ ਨੇ ਜੀ। ਉਹ ਚੀਜ਼ ਨੂੰ ਉਹ ਜਿਹੜਾ ਹਥਿਆਰ ਹੈ ਉਹ ਫਲੌਂਟ ਕਰਨ ਵਾਸਤੇ ਕਦੀ ਵੀ ਨਹੀਂ ਸੀ ਮਤਲਬ ਆਪਾਂ ਨੂੰ ਮਿਲਿਆ ਜਾਂ ਦਿੱਤਾ ਗਿਆ। ਉਸ ਚੀਜ਼ ਨੂੰ ਇੱਕ ਡਿਫੈਂਸ ਵਾਸਤੇ ਹੀ ਯੂਜ਼ ਕਰਨਾ ਜ਼ਰੂਰੀ ਸਮਝਦੇ ਹਾਂ, ਅਤੇ ਇਹਦੇ ਵਿੱਚ ਵੀ ਜਿਹੜਾ ਇਹ ਕੈਰੈਕਟਰ ਹੈ ਇਹ ਉਸ ਚੀਜ਼ ਨੂੰ ਪ੍ਰਮੋਟ ਜਾਂ ਉਸ ਚੀਜ਼ ਨੂੰ ਲੈ ਕੇ ਨਹੀਂ ਅੱਗੇ ਚੱਲਦਾ ਪਿਆ। ਇਹ ਬੇਸਿਕਲੀ ਲੋੜ ਪੈਣ 'ਤੇ ਗਨ ਕੱਢਣ ਵਾਲੀ ਗੱਲ ਆ, ਲੋੜ ਪੈਣ 'ਤੇ ਹਥਿਆਰ ਵਰਤਣ ਵਾਲੀ ਗੱਲ ਆ। ਸੋ ਇਹ ਬੰਦਾ ਇੱਕ ਸ਼ਾਂਤੀ ਨਾਲ ਚੁੱਪ ਕਰਕੇ ਹਿੰਦੁਸਤਾਨ ਤੋਂ ਬਾਹਰ ਆਪਣੇ ਪਰਿਵਾਰ ਤੋਂ ਦੂਰ ਕਿਸੇ ਗੈਰ ਜ਼ਮੀਨ 'ਤੇ ਗੈਰ ਮੁਲਕ 'ਤੇ ਰਹਿ ਰਿਹਾ, ਬਟ ਜਦੋਂ ਉਹਦੇ ਪਰਿਵਾਰ 'ਤੇ ਕੋਈ ਗੱਲ ਆਉਂਦੀ ਆ, ਫਿਰ ਉਸ ਇਨਸਾਨ ਲਈ ਜਾਂ ਹਰ ਉਸ ਇਨਸਾਨ ਲਈ ਜਿਹਦੇ ਪਰਿਵਾਰ 'ਤੇ ਕੋਈ ਗੱਲ ਆ ਜੇ, ਉਹ ਫਿਰ ਹਥਿਆਰ 'ਤੇ ਜਾਂ ਕਿਸੇ ਹੋਰ ਚੀਜ਼ ਤੋਂ ਸੰਕੋਚ ਨਹੀਂ ਕਰਦਾ, ਫਿਰ ਉਹ ਆਪਣਾ ਇਨਸਾਫ ਆਪਣੇ ਤਰੀਕੇ ਨਾਲ ਕਰਦਾ ਹੈ। ਸੋ ਸ੍ਰਿਸ਼ਟੀ, ਤੁਹਾਡੇ ਵੱਲ ਆਉਂਦੇ ਹਾਂ, ਮੈਨੂੰ ਲੱਗਦਾ ਹੈ ਕਿ ਸੀਰੀਅਲ ਵਿੱਚ ਤੁਸੀਂ ਕਿਸੇ ਸੀਰੀਅਲ ਦੇ ਵਿੱਚ ਇੱਕ ਮਾਂ ਦਾ ਕਿਰਦਾਰ ਨਹੀਂ ਨਿਭਾਇਆ, ਜੋ ਕਿ ਮੈਨੂੰ ਲੱਗਦਾ ਇਸ ਫਿਲਮ ਦੇ ਵਿੱਚ ਤੁਹਾਡੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਵੀ ਸੀ कितना किते थी ऑब्वियसली, क्योंकि एक तो आई थिंक एज एन एक्टर जब आप कोई चीज़ नेचुरली आपने एक्सपीरियंस नहीं की अपनी लाइफ में, पर वही आपका काम होता है कि उस इमोशन को या उस किरदार को जो आपने नॉर्मली कभी एक्सपीरियंस नहीं किया उसको भी आप पोर्ट्रे कर पाओ। और आई थिंक जनरली ये थोड़ा सा स्टिग्मा है एक्टर्स स्पेशली फीमेल एक्टर्स में कि माँ का रोल नहीं प्ले करना है व्हेन यू आर यंग, लेकिन आई थिंक एज एन एक्टर आपके पोर्टफोलियो को वो बढ़ाता ही है। इट शोज़ दैट यू आर वर्सेटाइल, कि आप एक मदर भी प्ले कर सकते हो। और बाकी मेरी एक छोटी बहन है, मुझसे 10 साल छोटी है, तो उसके साथ वैसे ही वो रिलेशनशिप है। आई थिंक मम्मी से ज़्यादा डांट मेरे से पड़ती है उसको, और वो डरती भी मुझसे ज़्यादा। हमारा ज़्यादा वो इक्वेशन है एक माँ बेटी वाला। वेल शी वॉज ऑल्सो ग्रोइंग अप, मैं भी 10 साल की थी जब हुई थी, सब कहते थे कि हम लाइक अ सेकेंड मदर टू हर।
तो वो इमोशन से वाकिफ़ ज़रूर थी, बट फिर उसको एक मदर के उसमें ढलकर फील कर कर फिर इस लेवल तक लेकर जाना, वेयर भगवान करे ऐसी अनफॉर्चुनेट घटना किसी के साथ ना हो, बट वो सबसे हैवी इमोशन होता है टू लूज़ योर चाइल्ड। वहाँ तक लेकर जाना वाज ऑब्वियसली चैलेंजिंग, बट इट वाज फन बिकॉज आई लाइक चैलेंजेस। ਅੱਛਾ, ਸੋ ਇੰਨਾ ਟਾਈਮ ਹੁਣ ਫਿਲਮ ਦੇ ਵਿੱਚ ਲਗਾਇਆ, ਅਮੀਕ ਜੀ ਦੇ ਨਾਲ ਇੰਨੀ ਪੰਜਾਬੀ ਸਿੱਖੀ ਹੈ, ਤੇ ਹੁਣ ਤਾਂ ਲੈਂਗੁਏਜ ਬੈਰੀਅਰ ਮੈਨੂੰ ਲੱਗਦਾ ਨਹੀਂ ਕੋਈ ਹੋਵੇਗਾ। पंजाबी मुझे समझ पूरी आती है, बोल भी लेती हूँ, बट क्या है ना, बचपन से हिंदी बोली है, तो मेरा थॉट प्रोसेस अभी भी हिंदी में है, तो वो ट्रांसलेशन अभी भी 100% नहीं हुई है। तो जिस दिन बिल्कुल मुझे लगता है मैं कोई भी चीज़ अगर अटैम्प्ट करूँ, स्पेशली दुनिया के सामने, तो मैं उसको बिल्कुल परफेक्ट करके करूँ। तो अगली बार होपफुली जब आपसे बात करूँगी तब तक परफेक्ट कर लूँगी, फिर हम पंजाबी में ही बात करेंगे। ਬਿਲਕੁਲ। ਸੋ ਜਸਲੀਨ, ਤੁਹਾਡੇ ਵੱਲ ਆਉਂਦੇ, ਤੁਹਾਨੂੰ ਕਿਵੇਂ ਦਾ ਲੱਗਾ ਫਿਲਮ ਦੇ ਵਿੱਚ ਕੰਮ ਕਰਕੇ? अच्छा लगा। अच्छा लगा। दोबारा फिर काम करोगे आप अमीक सर के साथ? यस। अच्छा, तो ਤੁਸੀਂ ਇਸ ਫਿਲਮ ਦੇ ਵਿੱਚ ਕੀ ਕੁਝ ਸਿੱਖਿਆ ਹੈ? ਕੀ ਕੁਝ ਸਿੱਖਿਆ ਹੈ? ਅੱਛਾ, ਤੁਸੀਂ ਆਪਣਾ Song ਸੁਣਿਆ ਹੁਣੇ ਨਸੀਬਾ ਰਿਲੀਜ਼ ਹੋਇਆ ਜਿਹੜਾ? ਸੁਣਿਆ? ਉਹਦੇ ਵਿੱਚ ਤੁਸੀਂ ਆਪਣੀ ਐਕਟਿੰਗ ਦੇਖੀ ਹੈ? यस। ਮੈਨੂੰ ਅੱਛਾ ਉਸ ਬਾਰੇ ਦੱਸੋ, ਉਸ ਐਕਟਿੰਗ ਬਾਰੇ ਦੱਸੋ, ਜਿਵੇਂ ਤੁਹਾਨੂੰ ਉਹਦੇ ਵਿੱਚ ਕਵਰ ਕੀਤਾ ਹੋਇਆ ਸੀਗਾ ਪੂਰਾ। वो पानी यहाँ तक भर गया था और हाँ। यहाँ तक पूरा मैं लेटी हुई थी 5 घंटे तक, और मुझे ना वो हाँ। थोड़ी सी वो हो गई थी। फिर क्या हो जब गया मैं- था? फीवर हो गया था? छोटे उसको आई थिंक बट आई हैव टू से दिस, उसने जब हमने कट किया और हमने उसको उठाया तो ऑब्वियसली बोल रही थी कि ठंड लग रही है, शी वाज शिवरिंग ऑल्सो, लेकिन जब आई थिंक उसकी प्रोफेशनलिज्म है कि जब एक्शन होता था, मतलब अदरवाइज शी वुड कीप शेकिंग, लुक एट मी, आई वुड लुक एट हर एंड मेक श्योर शी इज़ ओके थ्रू द ग्लास, बट जैसे ही एक्शन होता था शी वुड बिल्कुल हिली नहीं है वो। और ब्रीदिंग बंद कर लिया। एक बच्चे के लिए ये करना इज़ वेरी टफ, लाइक हर एट हर एज, मतलब फैक्ट कि वो इतनी प्रोफेशनल थी कि उसको पता था कि जब टेक हो रहा है शी हैज़ टू लाई एकदम स्टिल, और वो उसने किया, मतलब हैट्स ऑफ टू हर फॉर डूइंग दैट ऑनेस्टली। ਇਹ ਤਾਂ ਮੈਨੂੰ ਲੱਗਦਾ ਕੁਝ ਇੱਕ ਕਨਸੈਪਟ ਹੈ ਜਿਹੜਾ ਆਪਾਂ ਇੱਕ Song ਦੇ ਵਿੱਚ ਦੇਖਿਆ, ਇੱਕ ਟ੍ਰੇਲਰ ਦੇ ਵਿੱਚ ਦੇਖਿਆ, ਬਾਕੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਬਹੁਤ ਜ਼ਿਆਦਾ ਫਲੈਸ਼ਸ ਨੇ ਜਿਹਦੇ ਵਿੱਚ ਜਸਲੀਨ ਦੀ ਐਂਟਰੀ ਹੈਗੀ ਆ, ਹੈ ਨਾ, ਤੇ ਉਹਦੇ ਵਿੱਚ ਕਿਵੇਂ ਦਾ ਕਿਰਦਾਰ ਹੋਏਗਾ ਜਸਲੀਨ ਦਾ? जैसी वो है ਬਿਲਕੁਲ ਸੇਮ। ਇਹਨਾਂ ਨੂੰ ਕੁਝ ਹੋਰ ਬਣਨ ਦੀ ਲੋੜ ਨਹੀਂ ਪਈ। ਸੋ ਇੰਨਾ ਲੰਬਾ ਸਮਾਂ ਮੈਨੂੰ ਲੱਗਦਾ ਤੁਹਾਨੂੰ ਫਿਲਮ ਇੰਡਸਟਰੀ ਦੇ ਵਿੱਚ ਹੋ ਚੁੱਕਿਆ ਹੈ, ਸੋ ਇਸ ਇੰਨਾ ਜ਼ਿਆਦਾ ਵਕਤ ਦੇ ਵਿੱਚ ਹੁਣੀ ਕਿਉਂ ਚੂਜ਼ ਕੀਤਾ ਅਦਾਕਾਰੀ ਦੇ ਵੱਲ ਆਉਣ ਦਾ? ਇੰਨਾ ਪਹਿਲਾ ਟਾਈਮ ਕਿਉਂ ਨਹੀਂ ਚੂਜ਼ ਕੀਤਾ? ਮੈਨੂੰ ਜੈਨੂਇਨਲੀ ਦੱਸਾਂ ਵੀ ਇਹਦੇ ਵਿੱਚ ਚਲੋ ਮੈਂ ਮੰਨ ਗਿਆ ਸੀਗਾ ਵੀ ਮੈਂ ਆਹ ਕਰੈਕਟਰ ਕਰਦਾ, ਬਟ ਇਹ ਤੋਂ ਪਹਿਲਾਂ ਮੈਂ ਆਪਣੀਆਂ ਫਿਲਮਾਂ ਜਾਂ ਹੋਰ ਜਿਹੜੀਆਂ ਫਿਲਮਾਂ ਆਈਆਂ ਹੋਈਆਂ ਨੇ ਹੁਣ ਤੱਕ ਪੰਜਾਬ ਦੀਆਂ, ਮੈਂ ਅੱਜ ਤੱਕ ਵੀ ਕਿਸੇ ਵੀ ਹੋਰ ਕੈਰੈਕਟਰ ਵਿੱਚ ਆਪਣੇ ਆਪ ਨੂੰ ਪਲੇਸ ਨਹੀਂ ਕਰ ਸਕਦਾ। ਜਾਂ ਤੇ ਉਹ ਜਿਨ੍ਹਾਂ ਨੇ ਨਿਭਾਇਆ ਉਹਨਾਂ ਨੇ ਨਿਭਾਇਆ ਹੀ ਬਹੁਤ ਸੋਹਣਾ, ਤੇ ਜਾਂ ਫਿਰ ਮੈਨੂੰ ਪਰਸਨਲੀ ਲੱਗਦਾ ਵੀ ਜਿਵੇਂ ਦਾ ਜੋ ਮੇਰੀ ਪਰਸਨਲ ਸਟਰੈਂਥ ਹੈ, ਐਕਸ਼ਨ ਜਿਵੇਂ ਦਾ ਮੈਂ ਪਰਫਾਰਮ ਕਰ ਸਕਦਾ ਉਵੇਂ ਦਾ ਐਕਸ਼ਨ ਹੁਣ ਤੱਕ ਨਹੀਂ ਹੋਇਆ। ਜਿਹੜਾ ਹੋਇਆ ਬਹੁਤ ਵਧੀਆ ਹੋਇਆ, ਬਟ ਉਹ ਸਟਾਈਲ ਡਿਫਰੈਂਟ ਸੀਗਾ। ਸੋ ਮੈਨੂੰ ਨਹੀਂ ਲੱਗਦਾ ਵੀ ਜੂਨੀਅਰ ਤੋਂ ਪਹਿਲੋਂ ਕੋਈ ਵੀ ਇੱਕ ਇਹੋ ਜਿਹੀ ਫਿਲਮ ਆਈ ਹੋਵੇ ਜਿਹਦੇ ਵਿੱਚ ਜਿਹੋ ਜਿਹਾ ਐਕਸ਼ਨ ਮੈਂ ਕਰ ਸਕਦਾ ਉਹੋ ਜਿਹਾ ਐਕਸ਼ਨ ਆਇਆ ਹੋਵੇ ਤੇ ਮੈਂ ਉਹਦੇ ਵਿੱਚ ਆਪਣੇ ਆਪ ਨੂੰ ਵੇਖ ਲਾਂ। ਤੇ ਐਜ਼ ਅ ਕਾਮੇਡੀ ਕੈਰੈਕਟਰ, ਐਜ਼ ਅ ਕਾਮਿਕ ਪਰਸਨ, ਮੈਂ ਆਪਣੇ ਆਪ ਨੂੰ ਹਜੇ ਤੱਕ ਮੈਂ ਨਹੀਂ ਇਮੈਜਿਨ ਕਰਦਾ ਵੀ ਮੈਂ ਉਹ ਚੀਜ਼ ਕਰ ਸਕਾਂਗਾ। ਜੀ ਬਿਲਕੁਲ ਸ੍ਰਿਸ਼ਟੀ, ਸੋ ਜੂਨੀਅਰ ਨੂੰ ਚੂਜ਼ ਕਰਨ ਦਾ ਐਗਜ਼ੈਕਟਲੀ ਤੁਹਾਡਾ ਕੀ ਕਨਸੈਪਟ ਸੀਗਾ? ਕੀ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਮੈਨੂੰ ਜੂਨੀਅਰ ਹੀ ਚੂਜ਼ ਕਰਨੀ ਚਾਹੀਦੀ ਹੈ, ਕਿਉਂਕਿ बैकग्राउंड ਜਿਹੜਾ मोस्टली वो टीवी सीरियल्स तो हैगा? जब मुझे अप्रोच किया था इस प्रोजेक्ट के लिए, तब ऑब्वियसली एज एन एक्टर आपका एक ही कंसर्न होता है कि स्टोरी और कॉन्सेप्ट अच्छा और आपका जो कैरेक्टर है वो आपको परफॉर्मेंस का स्कोप दे। एंड जब मैंने ब्रीफ सुना तो मुझे इंस्टेंटली एक क्लिक फील हुआ विद द कॉन्सेप्ट, मुझे अच्छी लगी स्टोरी, बिकॉज अगेन एंड व्हेन आई मेट अमीक फाइनली, क्योंकि मुझे वो विजन बहुत अच्छा लगा कि वो कुछ नया करना चाह रहे हैं, कि वो पंजाब में एक नया फ्लेवर लाना चाह रहे हैं, वो एक रिस्क लेकर इस चीज़ को आगे प्रेजेंट करना चाह रहे हैं। तो आई थिंक उससे मैं बहुत कनेक्ट कर पाई, बिकॉज लाइफ में ऑनेस्टली अगर आप इफ़ यू चूज़ टू बी एन एक्टर, इट इज़ अ गैम्बल, इट इज़ अ रिस्क, क्योंकि भले ही आपको वो ब्रेक मिल जाए, पर वो पहला ब्रेक मिलने के बाद वो ऑडियंस के हाथ में होता है कि आपको आगे काम मिलेगा कि नहीं, इफ़ दे लाइक योर परफॉर्मेंस और नॉट। सो दिस वॉज अ सिमिलर रिस्क, और मैं आई हैव ऑलवेज बिन फॉन्ड ऑफ चैलेंजेस इन रिस्क, तो मुझे लगा कि आई शुड बी अ पार्ट ऑफ इट, बिकॉज स्टोरी इनकी, द स्टोरी ऑफ द फिल्म इज़ अमेजिंग। और जो ये कैरेक्टर मैं कर रही हूँ, जब पहले अमीक से बात भी की थी, सर यू आर नॉट गोइंग टू लुक लाइक अ हीरोइन, ना बाल ओढ़ने वाले, ना झुमके के शॉट आएंगे, ना कोई ब्यूटी शॉट आएंगे, वो सब कुछ नहीं होने वाला। एंड यू आर गोइंग टू बी सेटिस्फाइड एज एन एक्टर क्रिएटिवली, तुम्हें एक सेटिस्फैक्ट्री रोल मिलेगा, और वही था। देयर वाज नो मेकअप, नो नथिंग, बट क्योंकि जब वो सब होता है ना, आई थिंक ध्यान थोड़ा सा जाता है उन चीज़ों की तरफ, बट इसमें बिकॉज आई वॉज उस सबका सपोर्ट नहीं था,
सिर्फ मैं और मेरा क्राफ्ट थे और कैमरा था और वो सीन था, एंड आई थिंक दैट आई एंजॉयड अ लॉट। ਅੱਛਾ, ਸੋ ਜੂਨੀਅਰ ਫਿਲਮ ਦੇ ਪਹਿਲੇ ਤੁਸੀਂ ਅਮੀਕ ਜੀ ਨੂੰ ਜਾਣਦੇ ਸੀ, ਉਹਨਾਂ ਦੀ ਫਿਲਮਸ ਦੀ ਪਹਿਲੇ ਗੱਲ ਸੁਣੀ ਸੀ ਜਾਂ ਕਦੇ ਵੇਖੀਆਂ ਸੀ? नहीं, अनफॉर्चुनेटली नहीं। आई थिंक एक तो ऑब्वियसली मैं, जब आप टीवी करते हो ना, आपको ब्रीथ करने का टाइम नहीं मिलता, तो उसके बियॉन्ड आई थिंक मैंने कितने साल मूवीज़ ही नहीं देखी हैं, कंटेंट ही देखने का टाइम नहीं मिलता था। वो तो शुक्र है कि बाद में OTT कोविड के बाद हैपेंड, तो अब घर जाके थोड़ा बहुत आई सी, वरना तब तो आई वुडंट बी एबल टू वॉच एनीथिंग। बट अब मुझे ऑब्वियसली देखनी है, मुझे बम्बू कार्ड स्पेशली देखनी है, और मोड़ के मैंने थोड़े क्लिप्स देखे थे इनके। ऑब्वियसली पूरी फिल्म नहीं देख पाई हूँ बिकॉज जब तब से हम बिज़ी हैं, बट नो आई डेंट। बट हाँ, जब इनका जब अप्रोच किया था, जब इनकी प्रोफाइल भी आई थी, तो व्हेन आई सॉ द पिक्चर दैट वाज कम्प्लीटली डिफरेंट। पुरानी फ़ोटो थी शायद इनकी, और जब मैं इनसे मिली, it completely transformed and changed entirely. Not peda at all, but obviously, I mean, when you say action hero, that then you didn't look like an action hero, no? ਟਾਇਰ ਪੈਂਚਰ ਕਰਨ ਵਾਲਾ Not at all. You're obviously good. Why would I say yes otherwise, even when your picture came? But हाँ, obviously, because ਤਾਰੀਫ ਕਰਾਉਣੀ ਪੈ ਰਹੀ ਹੈ ਜੀ ਵੇਖ। you know कि आपको पता है ना कि जब आप अगर किसी को एक्शन करना है, तो you need, there's a certain thought of how somebody should look that comes into your mind. And the fact that he worked that hard and the way he's looked, I mean, अगर आप ट्रेलर में भी देखो, वो एक एक मसल की उसकी डेफिनेशन और सब कुछ नज़र आ रही, वर्क वेरी हार्ड फॉर दैट। ਬਟ ਉਹਨਾਂ ਨੇ ਫਿਰ ਵੀ ਸੱਚਾਈ ਦੱਸੀ ਹੈ ਬਿਲਕੁਲ ਕਿ ਮੈਂ ਪਹਿਲੇ ਮੂਵੀਜ਼ ਨਹੀਂ ਵੇਖੀਆਂ ਸੀ, ਮਤਲਬ ਮੈਨੂੰ ਬਾਅਦ ਚੋਂ ਹੀ ਪਤਾ ਲੱਗਾ ਤੁਹਾਡੇ ਇਹਨਾਂ ਨੇ ਬਾਰੇ। ਮੌਡ ਬੜੀ ਵੇਖਣ ਦੀ ਕੋਸ਼ਿਸ਼ ਵੀ ਕੀਤੀ ਹੈ, ਕਹਿੰਦੇ ਮੈਂ ਫੋਨ ਤੇ ਵੇਖ ਲੈਣੀ, ਮੇਰੇ ਕੋਲ ਜ਼ੀ ਦਾ ਐਪ ਹੈਗਾ। ਮੈਂ ਕਿਹਾ ਨਹੀਂ ਪਲੀਜ਼ ਫੋਨ ਤੇ ਨਾ ਵੇਖਿਓ, ਇਹਨੂੰ ਪ੍ਰੋਪਰ ਟੈਲੀਵਿਜ਼ਨ ਤੇ ਜਿੱਥੇ ਸਾਊਂਡ ਸਿਸਟਮ ਹੈਗਾ, ਕਿਉਂਕਿ ਉਹਦੀ ਵੀ ਜਿਹੜੀ ਮੌਰ ਵੀ ਬਣੀ ਆ, ਮੌੜ ਬਹੁਤ ਲਾਰਜਰ ਦੈਨ ਲਾਈਫ ਫਿਲਮ ਬਣੀ ਹੋਈ ਹੈ ਨਾ, ਉਹਦੇ ਸਾਊਂਡਸ ਬੈਕਗਰਾਊਂਡ ਤੇ ਜਿਹੜੇ ਵੀ ਮੇਰੇ ਕਹਿ ਲਓ ਜਾਂ ਐਮੀ ਦੇਵ ਹੁਣਾਂ ਦੀਆਂ ਐਂਟਰੀਜ਼ ਨੇ ਜਾਂ ਉਹਨਾਂ ਦੀ ਐਕਸ਼ਨਸ ਨੇ, ਉਹ ਗ੍ਰੈਂਡ ਨੇ। ਉਹ ਮੈਂ ਕਿਹਾ ਫੋਨ 'ਚ ਨਾ ਸਵਾਦ ਖਰਾਬ ਕਰਿਓ, ਤੁਹਾਡੇ ਕੋਲ ਜਦੋਂ ਟਾਈਮ ਹੋਏਗਾ ਇਤਮਾਨਾ, ਹੁਣ ਤਾਂ ਪਈ ਹੈ ਜੀ, ਤੇ ਸੋ ਉਹਨੂੰ ਟਾਈਮ ਲੈ ਕੇ ਆਪਣੀ ਫੈਮਿਲੀ ਨਾਲ ਸਰਾਊਂਡ ਸਾਊਂਡ ਦੇ ਵਿੱਚ ਵੇਖਿਓ ਟੂ ਹੈਵ ਅ ਬੈਟਰ ਐਕਸਪੀਰੀਅੰਸ। ਅੱਛਾ ਸ੍ਰਿਸ਼ਟੀ, ਕਹਿੰਦੇ ਨੇ ਕਿ ਜਦੋਂ ਇੱਕ ਕਲਾਕਾਰ ਜਦੋਂ ਕੰਮ ਕਰਦਾ ਹੈ, ਕੋਈ ਵੀ ਐਕਟਰ ਕੰਮ ਕਰਦਾ ਹੈ, ਵੈਸੇ ਤਾਂ ਚਲੋ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਕਿਹੋ ਜਿਹਾ ਕੰਮ ਕੀਤਾ ਹੈ। ਸਾਡੇ ਵਰਗਿਆਂ ਨੇ ਸਿਰਫ 2 ਘੰਟੇ ਦੀ ਮੂਵੀ ਦੇਖਣੀ ਹੈ, ਅਸੀਂ ਉਸ ਨੂੰ ਦੇਖ ਕੇ ਜੱਜ ਕਰਨਾ ਹੈ, ਬਟ ਤੁਹਾਡੀ ਪਿੱਛੇ ਦਾ ਟੈਲੈਂਟ, ਤੁਹਾਡੀ ਮਿਹਨਤ, ਉਹ ਸਭ ਕੁਝ ਜੱਜ ਕਰਦੀ ਹੈ। ਸੋ ਜੂਨੀਅਰ ਫਿਲਮ ਨੂੰ ਲੈ ਕੇ ਤੁਹਾਨੂੰ ਕੀ ਉਮੀਦਾਂ ਨੇ? हमने एक्चुअली 2 साल का सफ़र तय किया, ये बेसिकली फ्रॉम द टाइम दैट आई जॉइन द प्रोजेक्ट। इनका तो आई थिंक उससे भी थोड़ा और लंबा होगा। और यू नो, एक होता है कि आप अपना बेस्ट दे रहे हो, सभी देते हैं ऑब्वियसली। हम अब जब आप मेकिंग अ प्रोजेक्ट एवरीबडी गिव्स देयर बेस्ट, लेकिन इसमें आई थिंक हमने हर चीज़ को तब तक तराशा है जब तक वो परफेक्ट नहीं हुई है। और जिस परफेक्शन से हमने हर एक दैट्स द रीज़न इतना टाइम भी लग गया, बिकॉज अमीक वॉज वेरी, मतलब बहुत एडमेंट थे कि हर चीज़ परफेक्ट होनी चाहिए, उसकी सेटिंग, उसका एक एक छोटी छोटी प्रॉप, हर चीज़, हर लाइन, एवरीथिंग। तो बिकॉज वी वर्क दैट हार्ड, मेरी उम्मीद, और वैसे भी ऑनेस्टली आई सीन द प्रोजेक्ट ऑलरेडी, तो मेरी एक्सपेक्टेशंस तो वैसे ही बहुत हाई हैं, बिकॉज आई जेन्युइनली थिंक मैं बहुत कम ऐसा कंटेंट है जो मैं पसंद करती हूँ जेन्युइनली, और ये ऐसा कंटेंट है। मुझे वैसी एक्शन फिल्म्स बहुत पसंद है, मैं बहुत देखी भी हैं, एंड दिस इज़ वन ऑफ द बेस्ट दैट आई हैव सीन सो फार, नॉट बिकॉज आई एम इन इट बट बिकॉज इट्स जेन्युइनली मेड दैट वेल। तो मेरी एक्सपेक्टेशन तो बहुत बहुत हाई है ऑलरेडी। ਸੋ ਵਿਸ਼ ਯੂ ਆਲ ਦਾ ਵੈਰੀ ਬੈਸਟ ਫॉर ਦਿਸ ਫਿਲਮ, ਐਂਡ ਉਮੀਦ ਕਰਦੇ ਹਾਂ ਜਿਹੋ ਜਿਹਾ ਕਨਸੈਪਟ ਤੁਸੀਂ ਇੰਨਾ ਲੰਬਾ ਸਮਾਂ ਲਗਾ ਕੇ, ਇੰਨੀ ਮਿਹਨਤ ਲਗਾ ਕੇ ਕੀਤਾ, ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏ। Thank you. ਥੈਂਕ ਯੂ ਸੋ ਮਚ। ਸੋ ਜਸਲੀਨ, ਤੁਸੀਂ ਕੁਝ ਦਰਸ਼ਕਾਂ ਨੂੰ ਬੋਲਣਾ ਚਾਹੋਗੇ, ਵਿਊਅਰਸ ਨੂੰ ਬੋਲਣਾ ਚਾਹੋਗੇ ਆਪਣੀ ਫਿਲਮ ਬਾਰੇ? मेरी फिल्म जरूर देखने आना, 18 अगस्त को आ रही है। ਓ ਹਾਂ, ਇਹ ਚੀਜ਼ ਮੈਂ ਭੁੱਲ ਗਈ ਸੀ। प्रॉमिस। ਪਿੰਕੀ ਪ੍ਰੋਮਿਸ। ਸੋ ਥੈਂਕ ਯੂ ਸੋ ਮਚ ਫॉर ਦਿਸ ਬਿਊਟੀਫੁਲ ਇੰਟਰਵਿਊ। थैंक यू। ਥੈਂਕ ਯੂ ਸੋ ਮਚ, Thank ਆਈ you, ਵਿਸ਼ ਆਲ ਦਾ ma'am. ਵੈਰੀ Thank you. ਬੈਸਟ। ਸੋ ਅੱਜ ਅਸੀਂ ਗੱਲਬਾਤ ਕੀਤੀ ਹੈ ਫਿਲਮ ਜੂਨੀਅਰ ਦੇ ਬਾਰੇ ਦੇ ਵਿੱਚ। ਫਿਲਮ ਸਟਾਰਕਾਸਟ ਸਾਡੇ ਨਾਲ ਮੌਜੂਦ ਸੀ। ਸੋ ਉਮੀਦ ਕਰਦੇ ਤੁਹਾਨੂੰ ਅੱਜ ਦੀ ਸਾਡੀ ਪੇਸ਼ਕਸ਼ ਬੇਹੱਦ ਪਸੰਦ ਆਏਗੀ। ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਦੇ ਨਾਲ, ਕਿਉਂਕਿ ਜੂਨੀਅਰ ਫਿਲਮ ਤੁਸੀਂ ਸਾਰੇ ਜ਼ਰੂਰ ਦੇਖਣ ਜਾਇਓ। ਸਿਨੇਮਾ ਘਰਾਂ ਦੇ ਵਿੱਚ 18 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਸੋ ਉਮੀਦ ਕਰਦੇ ਹਾਂ ਬੇਹੱਦ ਪਸੰਦ ਆਈ ਹੋਵੇਗੀ ਅੱਜ ਦੀ ਪੇਸ਼ਕਸ਼। ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ, ਇੱਕ ਨਵੀਂ ਪੇਸ਼ਕਸ਼ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਥੈਂਕ ਯੂ Thank you, ma'am. Thank you.